अस्सलाम वालेकुम दोस्तों, मैं ਤੁਹਾਡਾ ਮੇਜ਼ਬਾਨ ਮੀਆਂ ਮੁਹੰਮਦ ਅਫਜ਼ਲ ਬੱਟੂ ਤੇ ਤੁਸੀਂ ਵੇਖਦੇ ਪਏ ਮੇਰਾ YouTube ਚੈਨਲ ਡਿਜੀਟਲ ਕਿਸਾਨ ਪਾਕਿਸਤਾਨ। ਤੇ ਅੱਜ ਮੈਂ ਆਪਣੇ ਕਿਸਾਨ ਦੋਸਤਾਂ ਵਾਸਤੇ ਲਿਆ ਜਨਾਬ ਆਲੂ ਦੀ ਕਾਸ਼ਤ ਦੇ ਬਾਰੇ। ਆਲੂ ਦੀ ਬਿਜਾਈ ਜਾਰੀ ਹੈ ਤੇ ਤਕਰੀਬਨ ਆਲੂ ਜਿਹੜੇ ਨਾ ਸਾਡੇ ਇਲਾਕੇ 'ਚ ਇਸ ਦੀ ਕਾਸ਼ਤ ਮੁਕੰਮਲ ਹੋਣ ਵਾਲੀ ਹੈ ਤੇ ਅੱਜ ਵੀ ਬਿਜਾਈ ਹੁੰਦੀ ਪਈ ਹੈ। ਤੇ ਆਓ ਤੁਹਾਨੂੰ ਦਿਖਾਣੇ ਦੀ ਪਰਫਾਰਮੈਂਸ ਤੇ ਉਹਨਾਂ ਨਾਲ ਗੱਲ ਕਰਨਾ ਕਿ ਕਿਹੜੇ ਆਲੂ ਬੀਜਦੇ ਪਏ ਨੇ। ਆਓ ਚਲੀਏ ਦੋਸਤੋ, ਸਾਡੇ ਨਾਲ ਕਿਸਾਨ ਭਾਈ ਮੌਜੂਦ ਨੇ ਜਿਹੜੇ ਇਹ ਆਲੂ ਦੀ ਕਾਸ਼ਤ ਖੁਦ ਕਰਦੇ ਪਏ ਨੇ, ਉਹਨਾਂ ਨਾਲ ਗੱਲ ਕਰਨੇ। अस्सलाम वालेकुम जी। वालेकुम सलाम। ਕੀ ਹਾਲ ਨੇ ਭਾਈਜਾਨ? अल्लाह का करम है जी। ਅੱਛਾ ਭਾਈਜਾਨ, ਤੁਹਾਡਾ ਨਾਮ ਕੀ ਹੈ? हसन ਹਸਨ ਭਾਈ। ਹਸਨ ਭਾਈ ਕਿੰਨੇ ਅਰਸੇ ਤੋਂ ਆਲੂ ਬੀਜਦੇ ਪਏ ਆ? ਕਿੰਨੇ ਸਾਲ? तो 4-5 ਸਾਲ ਤੋਂ। ਤੇ ਇਸ ਵਾਰੀ ਕਿੰਨੇ ਕਿੱਲੇ ਲਗਾਉਂਦੇ ਪਏ ਆ? करीबन 1.5 को मुरब्बा है। 1.5 ਮੁਰੱਬਾ। ਪਿਛਲੇ ਸਾਲ ਕਿੰਨੇ ਗਿਆ? 17-18 17-18 ਕਿੱਲੇ। ਤੇ ਇਸ ਵਾਰੀ ਡਬਲ ਕਿਉਂ ਕੀਤੇ ਨੇ? डबल ठेके बड़े बाद गए ना, डबल तो नहीं है गया। फसल 3 हो जा संदी है। ਫਸਲਾਂ ਤਿੰਨ ਹੋ ਜਾਸਣ ਦੀਆਂ। ਤੇ ਕਣਕ ਕਿੰਨੀ ਲਗਾਉਂਦੇ ਪਏ ਆ? कनक हैगी 2-3 किले। 2-3 ਕਿੱਲੇ ਆਪਣੇ ਖਾਣ ਵਾਸਤੇ। ਤੇ ਯਾਰ ਇਹ ਗੱਲ ਮਾੜੀ ਤੇ ਨਹੀਂ, ਤੁਸੀਂ 3 ਕਿੱਲੇ ਲਗਾਉਂਦੇ ਪਏ ਨੇ ਤੇ ਮੈਂ ਜਿਹਦੇ ਜਾਣਾ ਆਲੂ ਹੀ ਲੱਗਦੇ ਪਏ ਨੇ, ਕਣਕ ਥੋੜੀ ਲੱਗਦੀ ਪਈ ਹੈ। ਇਹਦੀ ਕੀ ਵਜ੍ਹਾ? ਰੇਟ ਦਾ ਮਸਲਾ ਹੈ? रेट का मसला भी कोई नहीं हैगा। ये कनक एक फसल आवे दी, 2 फसलां आ जानियां नाल, आलू तो मक्की भी आ जाने। ਅੱਛਾ, ਕਣਕ ਦੇ ਬਾਰੇ ਦੱਸੋ ਵੀ ਰੇਟ ਦੀ ਗੱਲ ਕਰ ਰਹੇ ਹੋ ਸੋ। कनक की पैदावार थोड़ी रेट घट हैगा ਇਹਦਾ। ਅੱਛਾ, ਕਿੰਨਾ ਰੇਟ ਹੋਣਾ ਚਾਹੀਦਾ ਹੈ? करीबन 2500 ਤੋਂ ਪਲੱਸ ਹੋਵੇ। 2500 ਤੋਂ ਜ਼ਿਆਦਾ ਹੋਵੇ ਤਾਂ ਕਿ ਫਿਰ ਮਤਲਬ ਤੁਹਾਡਾ ਠੇਕਾ ਤੇ ਗੁਜ਼ਾਰਾ ਹੁੰਦਾ ਫਿਰ। ਗੁਜ਼ਾਰਾ ਹੁੰਦਾ ਹੈਗਾ। ਹਾਂ। ਤੇ ਅਗਰ ਕੋਈ ਬੰਦਾ ਇਹ ਬੀਜ ਜਿਹੜਾ ਹੈ ਨਵਾਂ 0 ਮੀਟਰ ਲਗਾਉਂਦਾ ਹੈ ਤਾਂ ਫਿਰ ਕਿੰਨਾ ਖਰਚਾ ਹੋ ਜਾ ਸੀਦਾ? ਉਹ ਕਿੰਨਾ ਕਰੇਟਾਂ ਵਾਲਾ ਕਿੰਨਾ ਕੁ ਆਉਂਦਾ ਪਿਆ? ਕਰੀਬਨ ਰੇਟ 1 ਲੱਖ ਦਾ ਆਸੇ ਦਾ ਕਿੱਲੇ ਦਾ। 2.5 ਲੱਖ ਆ ਸੀਦਾ। ਹਾਂ ਇਹਦਾ ਤੇ ਬਾਕੀ ਟੋਟਲ ਖਰਚਾ ਕਿੰਨਾ ਹੋ ਜਾਏ? 3 ਲੱਖ ਦਾ ਪਹੁੰਚੇਗਾ ਕਿੱਲਾ। 3-3.5 ਨੂੰ ਕਿੱਲਾ ਪਹੁੰਚੇਗਾ ਬੀਜ ਤਿਆਰ ਕਰਨਾ ਹੋਵੇ। ਤੇ ਉਹ ਫਿਰ ਕਿੰਨੇ ਸਾਲ ਕੰਮ ਦੇਵੇਗਾ? 4-5 ਸਾਲ। 4-5 ਸਾਲ ਕੰਮ ਦੇਵੇਗਾ। ਅੱਛਾ, ਤੇ ਇਹ ਹੁਣ ਤੁਸੀਂ ਕਿੰਨੀਆਂ ਬੋਰੀਆਂ ਲਗਾਉਂਦੇ ਪਏ ਜੇ ਕਿ ਕਿੱਲੇ ਤੇ? 12-13 ਬੋਰੀਆਂ। 12-13। ਤੇ ਖਾਦ ਕਿੰਨੀ ਪਾਈ ਹੈ? ਖਾਦ 3 ਬੋਰੀਆਂ। 3 ਬੋਰੀ ਕਿਹੜੀ? ਡੀਏਪੀ। ਤੇ ਇੱਕ ਹੋਰ ਪੋਟਾਸ਼ ਜੀ ਵੀ ਹੁੰਦੀ, ਉਹ ਪਾਈ ਨੇ? ਕੋਈ ਨਹੀਂ। ਨਹੀਂ ਪਾਈ। ਕਿਉਂ ਨਹੀਂ ਪਾਈ ਨੇ? ਮਹਿੰਗੀ ਹੋ ਗਈ। ਹਾਲਾਤ ਬੜੇ ਖਰਾਬ ਨਾ ਵੀ ਡੀਏਪੀ ਮਹਿੰਗੀ ਬੜੀ ਹੈਗੀ, ਇਹ ਮਸੇ ਪੈਂਦੀ ਪਈ ਹੈ। ਤੇ ਉਹ ਜਿਹੜੇ ਸਬਸਿਡੀ ਡੀਜੀ ਹੈ ਉਹਦੇ ਬਾਰੇ ਸਬਸਿਡੀ ਵੀ ਕੋਈ ਨਹੀਂ ਮਿਲਦੀ ਪਈ। ਉਹ ਟੋਕਨ ਸ਼ੋਕਨ ਨਿਕਲਦੇ ਕੋਈ ਨਹੀਂ ਪਏ? ਕੋਈ ਸਾਡੀ 100 ਬੋਰੀ ਆਈ, ਸਾਰੀ ਬੇਕਾਰ ਗਈ ਐ, ਲਈ ਕੋਈ ਨਹੀਂ। ਕਿਸੇ ਲਿਆ ਹੀ ਨਹੀਂ ਹੈਗਾ। ਤੇ ਅੱਛਾ, ਕੀ ਆਪਣੇ ਕਿਸਾਨ ਭਾਈਆਂ ਨੂੰ ਕੀ ਮਸ਼ਵਰਾ ਦਿਓਗੇ ਵੀ ਕਣਕ ਲਾਵਣ ਕੇ ਉਹ ਸਾਰੇ ਆਲੂ ਹੀ ਲਾਵਣ? ਇਹ ਤਾਂ ਹੁਣ ਆਪੋ ਆ ਤਾਂ ਜੇ ਨਹੀਂ ਆ, ਲੇਕਿਨ ਕਣਕ ਦਾ ਜਿਹੜਾ ਰੇਟ ਦਾ ਕੋਈ ਫਾਈਨਲ ਨਾ ਹੋਵੇ ਤਾਂ ਕਣਕ ਲਾਉਣੀ ਨਹੀਂ ਚਾਹੀਦੀ। ਇਹ ਗੱਲ ਸਹੀ ਹੈ। ਪੈਦਾਵਾਰ ਬੜੀ ਘੱਟ ਹੁੰਦੀ ਕਣਕ ਦੀ। ਤੇ ਠੇਕਾ ਕੀ ਚੱਲਦਾ ਪਿਆ? ਠੇਕਾ ਲੱਖ ਤੋਂ ਉੱਤੇ ਹੀ ਆ। ਲੱਖ ਤੋਂ ਉੱਤੇ ਚੱਲਦਾ ਪਿਆ। ਚਲੋ ਠੀਕ ਹੋ ਗਿਆ। ਤੁਸੀਂ ਇਹ ਹੁਣ ਕਿੰਨੇ ਬੰਦੇ ਇਸ ਤੇ ਕੰਮ ਕਰਦੇ ਪਏ ਨੇ? 3-4 ਹੁੰਦੇ ਨੇ, ਤੁਸੀਂ 2 ਕੰਮ ਕਰਦੇ ਪਏ ਨੇ। 3 ਬੰਦੇ ਹੈਗੇ। 3 ਬੰਦੇ ਨੇ। ਤੇ ਚਲੋ ਚਲਾਓ ਜੀ, ਅੱਲਾ ਨੇ ਯਾਦ ਕਰਕੇ। ਨਾਲੇ ਤੁਸੀਂ ਮੈਨੂੰ ਦੱਸੋ ਆਪਣਾ 385 ਕੈਸਾ ਚੱਲ ਰਿਹਾ ਹੈ? ਕਿਸੇ ਕਿਸਮ ਦੀ ਕੋਈ ਲੀਕੇਜ ਲੂਕੇਜ? ਇੱਕ ਹੀ ਮਾਡਲ ਹੈ ਤੇ ਸੋਹਣਾ ਚੱਲਦਾ ਪਿਆ? ਠੀਕ ਹੋ ਗਿਆ। ਇਹ ਆਪਾਂ ਹੁਣ ਕਿੰਨੇ ਦਾ ਲਿਆ? ਕੈਸ਼ ਤੇ ਲਿਆ ਬੈਂਕ ਤੋਂ ਲਿਆ? ਕਿੰਨੇ ਦਾ ਲਿਆ? ਬਾਹਰ ਲਿਆ ਭਾਈ ਹੁਸੈਨ ਨੇ ਲਿਆ। ਅੱਛਾ, ਕਿੰਨੇ ਦਾ ਲਿਆ ਸੂ? ਪਤਾ ਨਹੀਂ। ਅੱਛਾ, ਪਤਾ ਨਹੀਂ। ਦੋਸਤੋ, ਕਿਸਾਨ ਬਾਈ ਦੀਆਂ ਗੱਲਾਂ ਤੁਸੀਂ ਸੁਣੀਆਂ ਨੇ। ਸਾਰੇ ਜਿਹੜੇ ਨੇ ਨਾ ਕਰਲਾਉਂਦੇ ਪਏ ਨੇ। ਤੇ ਕਣਕ ਜਨਾਬ ਤੁਸੀਂ ਵੇਖ ਲਓ ਵੀ ਉਹ ਕਹਿ ਰਿਹਾ ਵੀ ਮੈਂ 2 ਤੋਂ 3 ਕਿੱਲੇ ਜਿਹੜੀ ਹੈ ਉਹ ਲਗਾਉਂਦਾ ਪਿਆ ਆਪਣੇ ਖਾਵਣ ਦੀ। ਤੇ ਬਾਕੀ ਆਲੂ ਤੇ ਮੱਕੀ ਲਗਾਵਾਂਗੇ, ਉਹੀ ਜਿਹੜੇ ਨੇ ਨਾ ਠੇਕਾ ਪੂਰੇ ਕਰਦਾ ਹੈ। ਕਿਉਂਕਿ ਠੇਕਾ ਜਿਹੜਾ ਹੈ ਉਹ ਹੋ ਜਾਂਦਾ ਹੈ ਭਾਈਜਾਨ ਹੈ ਸਿੱਧਾ ਸਮਾਂ ਜਨਾਬ ਲੱਖ ਤੋਂ ਉੱਤੇ। ਤੇ ਨੈਕਸਟ ਜਿਹੜਾ ਅਗਲਾ ਸਾਲ ਹੈ 1,20,000 ਦੀ ਪੁੱਛ ਪੈਂਦੀ ਪਈ ਹੈ। ਤੇ ਮੇਰਾ ਖਿਆਲ ਹੈ ਵੀ ਕਣਕ ਤੇ ਜਿਹੜੀ ਮੁੰਜੀ ਹੈ ਇਹਨਾਂ ਠੇਕਾ ਕਵਰ ਨਹੀਂ ਕਰਨਾ। ਤੇ ਇਹ ਬੜੀ ਬੁਰੀ ਗੱਲ ਹੈ। ਜੇਕਰ ਕਾਸ਼ਤ ਗੰਦਮ ਦੀ ਥੋੜੀ ਹੋਈ, ਥੋੜੇ ਰਕਬੇ ਤੇ ਕਾਸ਼ਤ ਹੋਈ, ਤਾਂ ਫਿਰ ਜਨਾਬ ਸਾਨੂੰ ਸਾਰਿਆਂ ਨੂੰ ਨਾ ਇਹ ਜਿਹੜੇ ਕਿਸਾਨ ਹੈਗੇ ਨੇ ਉਹ ਤਾਂ ਜਨਾਬ 2-2 ਕਿੱਲੇ ਆਪਣੇ ਜੋ ਕਿ ਜ਼ਰੂਰ ਲਗਾਵਣਗੇ। ਤੇ ਬਾਕੀ ਆਵਾਮ ਵਾਸਤੇ ਮੁਸ਼ਕਲਾਤ ਆਵੇਗੀ। ਤੇ ਫਿਰ ਜਿਹੜੀ ਸਾਡੀ ਹੁਕੂਮਤ ਹੈ ਇਹ ਬਾਹਰ ਦੇ ਕਿਸਾਨਾਂ ਨੂੰ ਜ਼ਰੂਰ 2500 ਤੋਂ 3000-3500 ਦੇਵਣਗੇ। ਆਪਣੇ ਕਿਸਾਨ ਨੂੰ ਦੇਵਣ ਲੱਗਿਆ ਇਹਨਾਂ ਨੂੰ ਮੌਤ ਪੈਂਦੀ ਹੈ। ਹੁਣ ਅਗਰ ਤੁਸੀਂ ਅੰਦਾਜ਼ਾ ਲਾਓ ਵੀ ਇਸ ਟਾਈਮ ਡਾਲਰ ਦੇ ਹਿਸਾਬ ਨਾਲ ਇਹ ਪਿਛਲੀ ਵਾਰੀ ਜਦੋਂ ਇਹਨਾਂ ਕਣਕ ਖਰੀਦੀ ਬਾਹਰੋਂ ਤਾਂ 2500 ਤੇ 500-600 ਰੁਪਏ ਉੱਪਰ ਇਹਨਾਂ ਖਰਚਾ ਕੀਤਾ ਹੈ। ਲੇਕਿਨ ਜਿਸ ਤਰੀਕੇ ਡਾਲਰ 170 ਤੇ ਪਹੁੰਚ ਗਿਆ ਹੈ, ਮੇਰਾ ਨਹੀਂ ਖਿਆਲ ਵੀ ਇਹ ਜਿਹੜੀ ਹਕੂਮਤ ਹੈ ਇਹਨਾਂ ਨੂੰ ਇਸ ਰੇਟ ਬਾਹਰੋਂ ਮਿਲੇਗੀ। ਮਜ਼ੀਦ ਇਹਨਾਂ ਨੂੰ ਜ਼ਿਆਦਾ ਪੈਸੇ ਦੇਣੇ ਪਵਣਗੇ ਤੇ ਇਹ ਜਿਹੜਾ ਹੈ ਨਾ ਇਹ ਕਣਕ ਖਰੀਦਣਗੇ। ਨਹੀਂ ਤਾਂ ਫਿਰ ਜਨਾਬ ਆਟੇ ਦੀਆਂ ਲਾਈਨਾਂ ਲੱਗਣਗੀਆਂ ਜਿਹੜੀਆਂ ਸਾਡੇ ਕਿਸਾਨਾਂ ਵਾਸਤੇ ਵੈਸੇ ਸ਼ਰਮਿੰਦਗੀ ਹੋਵਣਗੀਆਂ। ਕਿਉਂਕਿ ਮੁਲਕ ਜ਼ਰਈ ਹੈ ਤੇ ਫਿਰ ਜਨਾਬ ਸਾਡੇ ਭਰਾ ਜਿਹੜੇ ਨੇ ਉਹ ਲਾਈਨਾਂ 'ਚ ਖਲੋਵਣ, ਇਹ ਬੜੀ ਮਾੜੀ ਗੱਲ ਹੈ। ਤੇ ਹਕੂਮਤ ਨੂੰ ਚਾਹੀਦਾ ਵੀ ਆਪਣੇ ਕਿਸਾਨਾਂ ਨੂੰ ਕੋਈ ਬਿਹਤਰ ਤੋਂ ਬਿਹਤਰ ਮੁਨਾਫਾ ਦੇਵਣ ਤੇ ਰੇਟ ਮੁਕਰਰ ਕਰਨ
ਤੇ ਆਵਾਮ ਨੂੰ ਸਬਸਿਡੀ ਦੇ ਬਣਾਟੇ ਤੇ, ਤਾਂ ਕਿ ਆਵਾਮ ਵੀ ਜਿਹੜੀ ਹੈ ਨਾ ਉਹ ਵੀ ਨਾ ਕਰ ਲਾਵੇ ਬਈ ਇਹ ਕੀ ਹੋ ਰਿਹਾ ਹੈ। ਲੇਕਿਨ ਹਕੂਮਤ ਬਹੁਤ ਹੀ ਮਾਯੂਸ ਕਰਦੀ ਪਈ ਹੈ ਸਾਨੂੰ। ਪਤਾ ਨਹੀਂ ਹਕੂਮਤ ਨੂੰ ਕੀ ਮਸਲਾ ਦਰਪੇਸ਼ ਹੈ ਤੇ ਕਿਸਾਨਾਂ ਦੀ ਆਵਾਜ਼ ਕਿਉਂ ਨਹੀਂ ਸੁਣਦੇ ਪਏ। ਤੇ ਇਹ ਵੇਖ ਲਓ ਜਨਾਬ 385 ਤੇ ਇਹਦੇ ਜਿਹੜੇ ਟਾਇਰ ਹੈਗੇ ਨੇ ਪਤਲੇ ਪਾਏ ਹੋਏ ਨੇ, ਰਿਮ ਵੀ ਬਿਲਾਰਸ ਦੇ ਨੇ ਤੇ ਟਾਇਰ ਵੀ ਤਕਰੀਬਨ ਬਿਲਾਰਸ ਦੇ ਸਾਈਜ਼ ਹੈ ਰੂਸੀ ਟਰੈਕਟਰ ਦੇ। ਆਏ ਰੋਜ਼ ਜਨਾਬ ਡੀਜ਼ਲ ਦੀਆਂ ਕੀਮਤਾਂ ਆਸਮਾਨ ਤੇ ਪਹੁੰਚ ਗਈਆਂ ਨੇ। ਆਏ ਰੋਜ਼ ਡੀਜ਼ਲ ਉੱਤੇ ਜਾ ਰਿਹਾ ਹੈ, ਖਾਦਾਂ ਦਾ ਰੇਟ ਉੱਤੇ ਜਾ ਰਿਹਾ ਹੈ। ਲੇਕਿਨ ਜਿਹੜੇ ਸਾਡੀ ਫਸਲਾਂ ਹੈਗੀਆਂ ਨੇ ਕਿਸਾਨ ਦੀਆਂ, ਜਿਸ ਤਰੀਕੇ ਜ਼ਿਆਦਾ ਰਕਬੇ ਤੇ ਕਾਸ਼ਤ ਹੁੰਦੀ ਹੈ ਜਨਾਬ ਮੂੰਜੀ ਤੇ ਗੰਦਮ, ਇਹਨਾਂ ਦੋਨੋਂ ਫਸਲਾਂ ਦਾ ਹੀ ਰੇਟ 3 ਸਾਲ ਮਤਲਬ ਵੀ ਜਿਹੜੀ ਮੂੰਜੀ ਉਹ ਤਾਂ 3 ਸਾਲ ਪੁਰਾਣਾ ਰੇਟ ਚੱਲਦਾ ਪਿਆ ਹੈ। ਤੇ ਕਣਕ ਦਾ ਪਿਛਲੀ ਵਾਰੀ ਕੁਛ ਰਿਲੀਫ ਮਿਲਿਆ ਸੀ, ਲੇਕਿਨ ਉਸ ਤੋਂ ਡਬਲ ਮਹਿੰਗਾਈ ਹੋਈ ਹੈ। ਤੇ ਜਦੋਂ ਡਬਲ ਮਹਿੰਗਾਈ ਹੁੰਦੀ ਹੈ ਉਦੋਂ ਹੀ ਕੰਮ ਖਰਾਬ ਹੋ ਜਾਂਦਾ ਹੈ। ਤੇ ਸਾਡੇ ਜ਼ਮੀਂਦਾਰ ਭਾਈ ਜਿਹੜੇ ਨੇ ਬੜੇ ਹੀ ਔਖੇ ਨੇ, ਯਕੀਨ ਮੰਨੋ। ਤੇ ਹਕੂਮਤ ਨੂੰ ਚਾਹੀਦਾ ਵੀ ਜਾਂਦੀ ਵਾਰੀ ਚਲਾ ਤੁਸਾਂ ਜਾਣਿਆ ਹੈ, 1 ਸਾਲ 1.5 ਸਾਲ ਰਹਿ ਗਿਆ ਤੁਹਾਡਾ, ਤੇ ਕਿਸਾਨਾਂ ਵਾਸਤੇ ਕੁਝ ਕਰ ਲਓ। ਜੇ ਨਾ ਕਰੋਗੇ ਤਾਂ ਫਿਰ ਜਨਾਬ ਤੁਸੀਂ, ਮੇਰਾ ਖਿਆਲ ਹੈ ਵੀ ਮੈਂ ਜ਼ਾਤੀ ਤੌਰ 'ਤੇ ਤਾਂ ਹੋ ਸਕਦਾ ਤੁਹਾਨੂੰ ਵੋਟ ਨਾ ਦੇਵਾਂ, ਲੇਕਿਨ ਮੇਰੀ ਤਰ੍ਹਾਂ ਕਈ ਜਿੰਨੇ ਵੀ ਕਿਸਾਨ ਹੈਗੇ ਨੇ ਉਹਨਾਂ ਵੀ ਤੁਹਾਨੂੰ ਵੋਟ ਕੋਈ ਨਹੀਂ ਦੇਣਾ। ਤੇ ਜੇ ਅਗਰ ਤੁਸੀਂ ਅਗਲਾ ਇਲੈਕਸ਼ਨ ਨਹੀਂ ਲੜਨਾ ਫਿਰ ਜਿੰਨਾ ਮਰਜ਼ੀ ਹੈ ਕਿਸਾਨਾਂ ਨੂੰ ਦਬਾ ਲਓ ਤੇ ਮੌਜਾਂ ਲੁੱਟ ਲਓ। ਅੱਗੇ ਬੋਤਲ ਟੰਗੀ ਹੋਈ ਹੈ, ਪਤਾ ਨਹੀਂ ਕਿਸ ਵਾਸਤੇ ਟੰਗੀ ਹੋਈ ਨੇ। ਮੇਰਾ ਖਿਆਲ ਕੀਫ ਹੈ ਜਿਹਦੇ ਨਾਲ ਡੀਜ਼ਲ ਪਾਵੀਂਦਾ ਹੈ। ਪਾਕਿਸਤਾਨੀਆਂ ਦੀ ਜੁਗਾੜ ਵੇਖ ਲਓ ਤੁਸੀਂ ਜਨਾਬ। ਪਹਿਲਾ ਹਾਈ ਗੇਅਰ ਹੈ ਜਨਾਬ। ਅਲ ਮਦੀਨਾ ਕੰਪਨੀ ਦਾ ਜਨਾਬ ਬਣਿਆ ਹੋਇਆ ਹੈ ਇਹ ਆਲੂ ਪਲਾਂਟਰ, ਤੇ ਬਹੁਤ ਹੀ ਵਧੀਆ ਤਰੀਕੇ ਦਾ ਜਨਾਬ। ਦੋਸਤੋ ਆਲੂ ਜਿਹੜੀ ਹੈ ਨਾ, ਇਹਦਾ ਜਿਹੜਾ ਕੇਰਾ ਕਰਨਾ ਵੀ ਇੱਕ ਮਹਾਰਤ ਦਾ ਕੰਮ ਹੈ। ਤੇ ਜਿਹੜੇ ਡਰਾਈਵਰ ਹੈਗੇ ਨੇ ਨਾ ਸਿਆਣੇ, ਉਹ ਹੀ ਇਹ ਕੰਮ ਕਰ ਸਕਦੇ ਨੇ। ਆ ਵੇਖ ਲਓ ਜੀ, ਇੱਕ ਫੇਰਾ ਮੁਕੰਮਲ ਕਰਦੇ ਨੇ ਤੇ ਫਿਰ ਆ ਕੇ ਆਲੂ ਇਸ ਦੇ ਵਿੱਚ ਸੁੱਟ ਦਿੰਦੇ ਨੇ। ਤੇ ਬੰਦੇ ਅਕਸਰ ਇਸ ਦੇ 4 ਹੁੰਦੇ ਨੇ ਜਿਹੜੀਆਂ ਬੋਰੀਆਂ ਨੂੰ ਵੈਸੇ ਫੁੱਲ ਚੁੱਕਦਾ ਆਉਂਦੇ ਨੇ ਤੇ ਵਿੱਚ ਸੁੱਟਦੇ ਨੇ। ਇਹ ਬੰਦੇ 2 ਨੇ ਇਸ ਵਾਸਤੇ ਅੱਧੀ ਬੋਰੀ ਲਿਜਾਂਦੇ ਨੇ ਤਾਂ ਕਿ ਇਹਨਾਂ ਨੂੰ ਵੀ ਪਰੇਸ਼ਾਨੀ ਨਾ ਹੋਵੇ ਤੇ ਇਹਨਾਂ ਦਾ ਕੰਮ ਵੀ ਹੋ ਜਾਵੇ। ਆ ਵੇਖ ਲਓ ਜੀ, ਜਵਾਨ ਨੇ ਕਮ ਸੇ ਕਮ 1.5 ਮਣ ਜਿਹੜਾ ਹੈ ਉਹ ਚੁੱਕ ਲਿਆ ਤੇ ਇਹ ਲਈ ਜਾਂਦਾ ਜੇ ਉਹਦੇ ਵਿੱਚ ਸੁੱਟਦਾ ਪਿਆ। ਆ ਚੈੱਕ ਕਰੋ। ਤੇ ਇਹਦੇ ਨਾਲ ਇੱਕ ਫੇਰਾ ਮੁਕੰਮਲ ਹੋ ਜਾਏ ਤੇ ਤਕਰੀਬਨ ਲੰਬਾਈ 2 ਕਿੱਲੇ ਦੀ ਹੈ। 2 ਕਿੱਲੇ ਤੋਂ ਵਾਪਸ ਆਉਂਦਾ ਹੈ। ਬੀਜ ਜਿਹੜਾ ਉਹ ਜਨਾਬ ਉਹਦੀ ਅੱਖਾਂ ਨਿਕਲੀਆਂ ਪਈਆਂ ਨੇ, ਮਤਲਬ ਵੀ ਉਹ ਤਿਆਰ ਹੈ। ਜਦੋਂ ਜ਼ਮੀਨ 'ਚ ਜਾਵੇਗਾ ਤਾਂ ਫੌਰੀ ਉੱਗ ਆਵੇਗਾ। ਤੇ 385 ਟਰੈਕਟਰ ਕਮਾਲ ਦੀ ਪਰਫਾਰਮੈਂਸ। ਤੇ ਕਣਕ ਦੀ ਬਿਜਾਈ ਬਹੁਤ ਥੋੜੀ ਹੈ ਦੋਸਤੋ। ਆ ਸਾਹਮਣੇ ਵੇਖ ਚੈੱਕ ਕਰ ਲਓ, ਸਾਹਮਣੇ ਵੀ ਆਲੂ ਹੀ ਆਲੂ ਪਏ ਜੇ ਲੱਗੇ ਹੋਏ ਨੇ, ਆਲੂ ਨਜ਼ਰ ਆਉਂਦੇ ਪਏ ਨੇ। ਆਖਰੀ ਵੈਸੇ ਟਾਈਮ ਚੱਲ ਰਿਹਾ ਆਲੂਆਂ ਦਾ, ਇਸ ਤੋਂ ਬਾਅਦ ਆਲੂਆਂ ਦੀ ਜਿਹੜੀ ਹੈ ਨਾ ਕਾਸ਼ਤ ਉਸ ਨੂੰ ਲੇਟ ਹੋ ਜਾਵੇਗੀ।
ਤੇ ਦੋਸਤੋ ਆਲੂਆਂ ਦੀ ਜਿਹੜੀ ਬਿਜਾਈ ਹੈ ਇਹ ਤੁਸੀਂ ਵੇਖ ਲਈ ਹੈ ਵੀ ਕਿਸ ਤਰੀਕੇ ਬੀਜਦੇ ਨੇ। ਤੇ ਇੱਕ ਗੱਲ ਆਪਾਂ ਪੁੱਛਣੀ ਹੈ ਵੀ ਪਹਿਲਾ ਪਾਣੀ ਦੂਸਰਾ ਪਾਣੀ ਜਾਂ ਕਿਤਨੀਆਂ ਖਾਦਾਂ ਬਾਅਦ ਤੇ ਲੱਗਣੀਆਂ ਨੇ, ਇਹ ਗੱਲ ਬਾਕੀ ਰਹਿ ਗਈ ਸੀ। ਤੇ ਇਹ ਆਪਾਂ ਜਨਾਬ ਉਹਨਾਂ ਨਾਲ ਗੱਲ ਕਰਕੇ ਪੁੱਛਣੀ ਹਸਨ ਭਾਈ ਤੋਂ, ਉਹ ਫਿਰ ਦੱਸਣਗੇ। ਕਿਉਂਕਿ ਜਿਹੜਾ ਬੰਦਾ ਲਗਾਉਂਦਾ ਪਿਆ ਹੈ 4 ਸਾਲਾ ਤਜਰਬਾ ਹੈ, ਉਸ ਨੂੰ ਜ਼ਿਆਦਾ ਪਤਾ ਹੈ। ਹਸਨ ਭਾਈ ਉੱਚਾ ਜਿਹਾ ਦੱਸਿਆ ਵੀ ਇਸ ਤੋਂ ਬਾਅਦ ਕਿੰਨੀਆਂ ਖਾਦਾਂ ਉੱਤੇ ਲੱਗਣੀਆਂ ਨੇ? 4 बोरी 4 ਬੋਰੀ ਯੂਰੀਆ। ਤੇ ਪਾਣੀ ਕਿੰਨੇ ਲੱਗ ਜਾ ਸੰਦੇ? पानी तकरीबन 10-12 10-12 ਪਾਣੀ ਲੱਗ ਜਾ ਸੰਦੇ। ਸਪਰੇ 8-10 स्प्रे भी 8-10 ਸਪਰੇ ਵੀ ਹੋ ਜਾ ਸੰਦੇ। ਤੇ ਇਹ ਕਿੰਨੇ ਮਹੀਨੇ ਬਾਅਦ ਤਿਆਰ ਹੋਣਗੇ? 4 महीने बाद 4 ਮਹੀਨੇ ਬਾਅਦ ਪੱਕ ਜਾਣਗੇ। ਬਹੁਤ ਮਿਹਰਬਾਨੀ ਸਰ। ਦੋਸਤੋ 4 ਮਹੀਨੇ ਦੀ ਫਸਲ ਹੈ ਜਨਾਬ। ਕੁਛ 100 ਦਿਨ ਵਿੱਚ ਵੀ ਪੱਟ ਲੈਂਦੇ ਨੇ ਤੇ ਕੁਛ ਫਿਰ ਜਨਾਬ ਪੂਰੇ 4 ਮਹੀਨੇ ਲਗਾ ਦਿੰਦੇ ਨੇ। ਤੇ ਉਹ ਟੈਂਕ ਦੇ ਵਿੱਚ ਜਨਾਬ ਸਪਰੇਅ ਆ ਜਿਹੜਾ ਖੱਟਾ ਜਿਹਾ ਨਜ਼ਰ ਆਉਂਦਾ ਪਿਆ ਹੈ। ਤੇ ਨਾਲ ਨਾਲ ਇਸ ਨੂੰ ਦਵਾਈ ਵੀ ਲੱਗਦੀ ਜਾਂਦੀ ਤਾਂ ਕਿ ਆਲੂ ਜਿਹੜੇ ਹੈਗੇ ਨੇ ਨਾ ਉਹਨਾਂ ਨੂੰ ਕੋਈ ਥੱਲੋਂ ਸਿਵੀ ਸੁਵੀ ਜਾਂ ਕੋਈ ਬਿਮਾਰੀ ਨਾ ਲੱਗੇ। तो हुण मैं तुहाडे सारे दोस्तों नूं लैना इजाजत। तुहाडा भरा मियां मोहम्मद अफजल बट्टू। अल्लाह हाफिज़। पाकिस्तान जिंदाबाद।